ਜਿਹੜੇ ਇਨਸਾਨ ਆਪਣੇ ਮਨ ਵਿੱਚ ਗਰੀਬੀ ਧਰ ਕੇ ਰੱਖਦੇ ਨੇ, ਗਰੀਬੀ ਦਾ ਮਤਲਬ ਇਹ ਨਹੀਂ ਕਿ ਅਸੀਂ ਧਨ ਤੋਂ ਰਹਿਤ ਹੋ ਜਾਈਏ। ਗਰੀਬੀ ਦਾ ਮਤਲਬ ਅਭਿਮਾਨ ਤੋਂ ਰਹਿਤ, ਕਿ ਮੈਂ ਨਾ ਹੋਵੇ, ਨਿਮਰਤਾ ਦੇ ਨਾਲ ਰਹਿਣਾ, ਝੁੱਕ ਕੇ ਰਹਿਣਾ, ਸੇਵਾਦਾਰ ਬਣ ਕੇ ਰਹਿਣਾ, ਨੀਵੇਂ ਹੋ ਕੇ ਰਹਿਣਾ, ਉਸ ਨੂੰ ਗਰੀਬੀ ਕਿਹਾ ਗਿਆ। ਇਨਸਾਨ ਗਰੀਬੀ ਸਮਝਦਾ ਹੈ ਕਿ ਸਿਰਫ ਸਾਡੇ ਕੋਲ ਧਨ ਹੈ ਅਤੇ ਅਸੀਂ ਅਮੀਰ ਹਾਂ, ਧਨ ਨਹੀਂ ਹੈ ਅਤੇ ਗਰੀਬ ਹੈ। ਪਰ ਇੱਥੇ ਮਾਲਿਕ ਨੇ ਕੁਛ ਇਸ ਤਰੀਕੇ ਨਾਲ ਵਰਣਨ ਕੀਤਾ ਹੈ ਗਰੀਬੀ ਦਾ ਮਤਲਬ ਵੀ ਨੀਵੇਂ ਹੋ ਕੇ ਰਹਿਣਾ। ਅਤੇ ਮਹਾਰਾਜ ਕਹਿੰਦਾ ਵੀ ਉਹ ਇਨਸਾਨ ਸੁਖੀ ਰਹਿੰਦਾ ਜਿਹੜਾ ਆਪਣੇ ਮਨ ਵਿੱਚ ਗਰੀਬੀ ਧਾਰ ਲੈਂਦਾ। ਅਤੇ ਕਹਿੰਦੇ ਜਿਹੜੇ ਬੜੇ ਬੜੇ ਹੰਕਾਰੀਏ ਨੇ, ਜਿਨ੍ਹਾਂ ਨੂੰ ਬਹੁਤ ਅਹੰਕਾਰ ਹੈ, ਧਨ ਦਾ, ਦੌਲਤ ਦਾ, ਜ਼ਮੀਨ ਦਾ, ਸੰਤਾਨ ਦਾ, ਕਾਰੋਬਾਰ ਦਾ, ਜਵਾਨੀ ਦਾ, ਕਿਸੇ ਵੀ ਚੀਜ਼ ਦਾ ਅਭਿਮਾਨ ਹੈ, ਅਤੇ ਅਭਿਮਾਨ ਦੇ ਨਾਲ ਗਰਭ ਗਲੇ ਦਾ ਮਤਲਬ ਵੀ 84 ਲੱਖ ਜੂਨਾਂ, 84 ਲੱਖ ਗਰਭ ਹੈ, ਉਹਦੇ ਵਿੱਚ ਇਨਸਾਨ ਜਿਹੜਾ ਉਹ ਗਲ ਜਾਂਦਾ। ਬਾਰ ਬਾਰ ਉਹਨਾਂ ਦਾ ਜਨਮ ਹੁੰਦਾ। ਸੁੱਖ ਦਾ ਮਤਲਬ ਹੈ ਮੋਕਸ਼ ਦੀ ਪ੍ਰਾਪਤੀ, ਪਰਮ ਪਿਤਾ ਪਰਮੇਸ਼ਵਰ ਦੀ ਪ੍ਰਾਪਤੀ, ਨਿਰੰਕਾਰ ਦੀ ਪ੍ਰਾਪਤੀ, ਆਪਣੇ ਘਰ ਦੀ ਪ੍ਰਾਪਤੀ। ਕਿਉਂਕਿ ਜਿਹੜਾ ਸਾਡਾ ਪੱਕਾ ਘਰ ਹੈ ਉਹ ਨਿਰੰਕਾਰ ਦਾ ਘਰ ਹੈ, ਪਰਮੇਸ਼ਵਰ ਦਾ ਘਰ ਹੈ, ਸੱਚਖੰਡ ਹੈ, ਸਚਿਦਾਨੰਦ ਦਾ ਨਿਵਾਸ ਹੈ। ਉਹ ਸਿਰਫ ਨਾਮ ਦੇ ਨਾਲ, ਭਗਤੀ ਦੇ ਨਾਲ, ਸਿਮਰਨ ਦੇ ਦੁਆਰਾ ਉਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਅਤੇ ਸਿਮਰਨ, ਪ੍ਰੇਮ ਕਰਕੇ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ, ਔਰ ਨੀਵੇਂ ਹੋ ਕੇ ਗਰੀਬੀ ਧਾਰਨ ਕਰਕੇ। ਗਰੀਬੀ ਦਾ ਮਤਲਬ ਕਿ ਹਰ ਕਿਸੇ ਕੋਲ ਈਰਸ਼ਾ ਛੱਡਣੀ। ਜਦੋਂ ਸਾਡੇ ਮਨ ਵਿੱਚ ਈਰਸ਼ਾ ਕਦੋਂ ਆਉਂਦੀ ਹੈ? ਜਦੋਂ ਅਸੀਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਅਮੀਰ ਸਮਝਦੇ ਹਾਂ, ਕਿ ਸਾਡੇ ਕੋਲ ਉਹ ਚੀਜ਼ ਨਹੀਂ ਹੈਗੀ ਜਿਹੜੀ ਦੂਸਰੇ ਕੋਲ ਹੈ। ਸੁੰਦਰਤਾ, ਤੰਦਰੁਸਤੀ, ਧਨ, ਸੰਤਾਨ, ਪਤਨੀ ਸੁੱਖ, ਪਤੀ ਸੁੱਖ, ਜਾਂ ਸੰਤਾਨ ਸੁੱਖ, ਜਾਂ ਕੋਈ ਵੀ ਭੋਗ ਵਿਲਾਸ। ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈ ਔਰ ਦੂਸਰੇ ਕੋਲ ਹੈ, ਅਸੀਂ ਖੁਦ ਨੂੰ ਉਹਦੇ ਕੋਲੋਂ ਨੀਚਾ ਸਮਝਦੇ ਹਾਂ। ਅਤੇ ਜਦੋਂ ਅਸੀਂ ਪਹਿਲਾਂ ਹੀ ਇਹ ਸੋਚ ਲਾਂਗੇ ਕਿ ਅਸੀਂ ਹੈ ਹੀ ਗਰੀਬ ਹਾਂ, ਮਾਲਿਕ ਦੇ ਦਾਸ ਹਾਂ, ਅਸੀਂ ਹੈ ਹੀ ਨੀਵੇਂ ਹਾਂ, ਅਤੇ ਫਿਰ ਜੈਲਸੀ ਕੈਸੀ, ਫਿਰ ਈਰਸ਼ਾ ਕੈਸੀ। ਔਰ ਬਾਬਾ ਜੀ ਕਹਿੰਦੇ ਵੀ ਤੁਲਨਾ ਜਿਹੜੀ ਹੈ ਨਾ, ਕਦੀ ਵੀ ਕਿਸੇ ਦੇ ਨਾਲ ਤੁਸੀਂ ਆਪਣੀ ਤੁਲਨਾ ਨਾ ਕਰੋ। ਤੁਲਨਾ ਕਰਨ ਦਾ ਮਤਲਬ ਹੈ ਕਿ ਤੁਸੀਂ ਪਰਮੇਸ਼ਵਰ ਦੀ ਕੀਤੀਆਂ ਕਾਰਾਂ 'ਤੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਹੋ। ਕਿਉਂਕਿ ਜਿਤਨੇ ਵੀ ਇਨਸਾਨ ਨੇ, ਜਿਤਨੇ ਵੀ ਸਰੀਰ ਨੇ, ਜਿਤਨੇ ਵੀ ਮਨੁੱਖ ਨੇ, ਹਰ ਕਿਸੇ ਵਿੱਚ ਕੋਈ ਨਾ ਕੋਈ ਖਾਸ ਖਾਸੀਅਤ ਹੈ। ਅਗਰ ਕੋਈ ਪੂਰਾ ਨਹੀਂ ਹੈ ਤੇ ਕੋਈ ਅਧੂਰਾ ਵੀ ਨਹੀਂ ਹੈ। ਕਿਉਂਕਿ ਪਰਮੇਸ਼ਵਰ ਨੇ ਹਰ ਕਿਸੇ ਵਿੱਚ ਕੋਈ ਖਾਸ ਗੁਣ ਨਿਭਾਇਆ। ਜਿਹੜੀ ਕੁਆਲਿਟੀ ਤੁਹਾਡੇ ਵਿੱਚ ਹੈ ਉਹ ਦੂਸਰੇ ਵਿੱਚ ਨਹੀਂ ਹੈ। ਜਿਹੜੀ ਦੂਸਰੇ ਵਿੱਚ ਹੈ ਉਹ ਤੁਹਾਡੇ ਵਿੱਚ ਨਹੀਂ ਹੈ। ਸੋ ਪਰਮੇਸ਼ਵਰ ਨੇ ਹਰ ਕਿਸੇ ਨੂੰ ਬਰਾਬਰ ਦਾ ਰੱਖਿਆ। ਇਨਸਾਨ ਆਪਣੇ ਕਰਮਾਂ ਕਰਕੇ, ਆਪਣੀ ਸੋਚ ਕਰਕੇ ਉੱਚਾ ਨੀਵਾਂ ਹੋ ਜਾਂਦਾ ਜਾਂ ਸੋਚਦਾ। ਪਰਮੇਸ਼ਵਰ ਨੇ ਜਦੋਂ ਇਨਸਾਨ ਬਣਾਇਆ, ਮਨੁੱਖ ਬਣਾਇਆ, ਸਭ ਵਿੱਚ ਬਰਾਬਰ ਦਾ ਅੰਗ, ਬਰਾਬਰ ਦੀ ਅੱਖਾਂ, ਬਰਾਬਰ ਦਾ ਦਿਮਾਗ, ਸਭ ਕੁਝ ਇੱਕੋ ਜਿਹਾ ਦਿੱਤਾ। ਹੁਣ ਤੁਸੀਂ ਉਹਨਾਂ ਦਾ, ਆਪਣੇ ਮਨ ਦਾ, ਆਪਣੀ ਸ਼ਕਤੀ ਦਾ, ਆਪਣੀ ਊਰਜਾ ਦਾ
अपनी तंदुरुस्ती का, अपन अखां का, अपनी जुबान का किस तरह इस्तेमाल करना, अपनी बुद्धि का, यह निर्भर करता इंसान ते। वो जिस तरह वो कर्म करता है उस तरह के वो फल पाता। जिस तरह की इंसान की संगत हो जाती है उस तरह की उसकी बुद्धि हो जाती है। सो अच्छी संगत करो, प्रार्थना करो, हमेशा फरियाद करो चंगी संगत वास्ते, परमात्मा के प्रेम वास्ते, परमात्मा की बंदगी वास्ते। और कई बार इंसान सोचता है कि मैं अच्छा सी, मेरा दोस्त क्यों बुरा हो गया, मैं अच्छा सी, मेरा भाईवाल क्यों बुरा हो गया, उन्हें मेरे नाल क्यों धोखा करता। जे कोई पति पत्नी है, कई बार पति अच्छा होंदा, पत्नी अच्छी नहीं होंदी, या पत्नी सोचती मैं अच्छी सी, मैनू बुरा पति क्यों मिल गया। या कई बार कोई कुड़म है, वो सोचते कि असी अच्छे सी, सानू बुरे कुड़म क्यों मिल गए। परमात्मा ने एक व्यौंत बनाई, एक अच्छा सी एक बुरा मिल गया, मिले पिछले कर्मा करके। और दूसरा परमात्मा का एक दस्तूर है, उसने कहा भी चलो जिहड़ा अच्छा है वो बुरे नूं भी अच्छा कर देगा। जो बुरा अच्छे की संगत करेगा तो उहदे विच भी अच्छाई आ जाएगी। उसने अपने वालों ठीक किया, पर दुनिया का दस्तूर की चल गया, बुराई जिहड़ी वो हैवी होने लग पई, अच्छाई जिहड़ी उसका सतर जिहड़ा वो गिरदा गया। पर सच अज भी कायम है, सच सच रहना, अच्छाई अच्छाई रहनी, अंत बुरे का बुरा, अंत भले का भला। सो परमात्मा देखता है, परमात्मा कर्म का हिसाब किताब रखता, परमात्मा वास्ते कर्म करो। अगर तुहाडा कोई दोस्त, तुहाडा कोई रिश्तेदार, तुहानूं कुड़म, पति पत्नी कोई भी बुरा मिल गया, तुसीं उन्होंने अपनी अच्छाई दे नाल उहदी बुराई दूर करने की कोशिश करो। अपनी अच्छाई दे नाल, अगर वो तुहाडी अच्छाई नहीं अपना रहा तो फिर तुसीं उहदी बुराई क्यों अपना रहे हो। इंसान कहता कि जैसे को तैसा, इनू मैं इहदे नाल इस तरह ही चलना हुण, मैं जिस तरह यह चल रहा मेरे नाल। फरीद साहब कहते फरीदा बुरे का भला कर। तुसीं अपने सुभाव नूं नहीं बदलना। अच्छाई ते चल रहे जे, सत्य के मार्ग ते चल रहे थे तो तुसीं उत्ते चलते जाओ। अगर तुसीं बुराई अपना ली, इसका भाव कि तुहाडे ते उसने जित हासिल कर ली है, क्योंकि उन्हें तुहाडी अच्छाई नूं अपनी बुराई नाल जित लिया। अगर तुसीं अपनी अच्छाई दे नाल उसकी बुराई नूं जित लेंदे जे, फिर इसदा मतलब कि तुसीं उहदी बुराई उत्ते जित प्राप्त कर ली है। सो किसी भी बुराई दे नाल इतनी जल्दी हथियार ना छड्डो, इतनी जल्दी गुस्से च ना आओ, इतनी जल्दी क्रोध च ना आओ, रिश्ते ख़त्म हो जान, दोस्ती ख़त्म हो जाए और अच्छाई भी ख़त्म हो जाए और असी बुरे तरीके ना चलने लग पईए। इस तरह नहीं होना चाहिए। संघर्ष करो, लड़ो, अंदर दी लड़ाई है, बाहर नहीं लड़ना, अंदर लड़ना, खुद दे नाल संघर्ष करना, खुद दे नाल लड़ना, बुराई दे नाल लड़ना, और सच्चाई दी जित होएगी, अच्छाई दी जित होएगी। हुण अच्छाई जितनी चाहिए या बुराई जितनी चाहिए है, इहदा भी तुहाडे हत्थ विच परिणाम है। थोड़ा बहुत संघर्ष करना पैंदा है। सो संघर्ष करो, संघर्ष करो और परमात्मा नूं प्रार्थना करो। जिस तरह तुसीं परमात्मा अगे प्रार्थना करते जाओगे तुहाडे रस्ते जिहड़े आसान होंदे जाणगे। इंसान नूं जदों दुख आंदा है, कठिनाइयां आंदियां जीवन विच, और कठिनाई दे नाल उसदा मानसिक संतुलन जिहड़ा बिगड़ना शुरू हो जाता है।
ਆਪਣੇ ਮਾਨਸਿਕ ਸੰਤੁਲਨ ਨੂੰ ਵਿਗੜਨ ਨਾ ਦਿਓ, ਆਪਣੇ ਮਾਨਸਿਕ ਸੰਤੁਲਨ ਨੂੰ ਬਣੇ ਰਹਿਣ ਦਿਓ। ਔਰ ਇਹ ਵੀ ਨਾ ਸੋਚੋ, ਕਿਉਂਕਿ ਸੋਚ ਜਿਹੜੀ ਹੈ ਉਹ ਇੱਕ ਨਦੀ ਦੇ ਵਾਂਗ ਹੈ, ਜਿਸ ਤਰ੍ਹਾਂ ਨਦੀ ਵਹਿੰਦੀ 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 ਬੜੀ ਦੂਰ ਚਲੀ ਜਾਂਦੀ ਹੈ। ਔਰ ਜਦੋਂ ਇਨਸਾਨ ਸੋਚਦਾ, ਉਸੇ ਸੋਚ ਦੀ ਨਦੀ ਵਿੱਚ ਉਹ ਬਹਿੰਦਾ ਬਹਿੰਦਾ ਇੰਨਾ ਦੂਰ ਚਲਾ ਜਾਂਦਾ ਹੈ ਕਿ ਬੈਠਾ ਉਹ ਅੰਮ੍ਰਿਤਸਰ ਹੋਇਆ, ਪਹੁੰਚ ਉਹ ਪਤਾ ਨਹੀਂ ਅਮੈਰੀਕਾ, ਕੈਨੇਡਾ, ਲੰਡਨ, ਕਿੱਥੇ ਪਹੁੰਚ ਜਾਂਦਾ ਉਹਨੂੰ ਖੁਦ ਨੂੰ ਨਹੀਂ ਪਤਾ ਹੁੰਦਾ। ਸੋਚ ਦੇ ਨਾਲ ਹੀ, ਸੋਚ ਦੇ ਬਹਾਵ ਵਿੱਚ ਨਾ ਆਓ। ਸੋਚ ਨਹੀਂ ਸੋਚਣੀ, ਚਿੰਤਨ ਕਰਨਾ, ਸਿਮਰਨ ਕਰਨਾ ਔਰ ਪ੍ਰਾਰਥਨਾ ਕਰਨੀ। ਆਪਣੇ ਜੀਵਨ ਦੇ ਦੁੱਖਾਂ ਨੂੰ ਸੁੱਖਾਂ ਵਿੱਚ ਤਬਦੀਲ ਕਰਨ ਲਈ ਤੁਹਾਨੂੰ ਪ੍ਰਾਰਥਨਾ ਕਰਨੀ ਪਏਗੀ। ਪ੍ਰਾਰਥਨਾ ਕਰਨ ਦੀ, ਅਰਦਾਸ ਕਰਨ ਦੀ, ਬੇਨਤੀ ਕਰਨ ਦੀ ਇੱਕ ਆਦਤ ਪਾਓ। 10 ਮਿੰਟ ਪਾਠ ਕਰੋ, ਜਿਤਨਾ ਸਿਮਰਨ ਕਰ ਸਕਦੇ ਜੇ ਕਰੋ, 5 ਮਿੰਟ, 10 ਮਿੰਟ, ਅੱਧਾ ਘੰਟਾ, ਘੰਟਾ, ਜਿਤਨਾ ਤੁਸੀਂ ਧਿਆਨ ਵਿੱਚ ਪਰਮੇਸ਼ਵਰ ਦੀ ਯਾਦ ਵਿੱਚ ਬੈਠੋ। ਔਰ ਉਸ ਤੋਂ ਬਾਅਦ ਪ੍ਰਾਰਥਨਾ ਕਰਨੀ ਸ਼ੁਰੂ ਕਰੋ। ਜਦੋਂ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰੋਗੇ, ਪ੍ਰਭੂ ਨੂੰ ਕਹਿਣਾ ਸ਼ੁਰੂ ਕਰੋਗੇ, ਫਿਰ ਦੇਖੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਜੇ ਉਸ ਤਰ੍ਹਾਂ ਹੀ ਹੋਣ ਲੱਗ ਪਏਗਾ। ਜੋ ਤੁਹਾਡੀ ਸੋਚ ਹੈ, ਪਹਿਲਾਂ ਆਪਣੀ ਸੋਚ ਨੂੰ ਪੋਜ਼ੀਟਿਵ ਕਰੋ। ਜਿਸ ਤਰ੍ਹਾਂ ਤੁਸੀਂ ਆਪਣੀ ਸੋਚ ਨੂੰ ਪੋਜ਼ੀਟਿਵ ਕਰੋਗੇ, ਔਰ ਦੇਖੋ ਰਿਜ਼ਲਟ ਤੁਹਾਡੇ ਹੱਕ ਵਿੱਚ ਆਉਣ ਲੱਗ ਪੈਣਗੇ। ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਪਰਮਾਤਮਾ ਤੁਹਾਡਾ ਹੀ ਫੇਵਰ ਕਰ ਰਿਹਾ, ਪਰਮਾਤਮਾ ਤੁਹਾਡਾ ਹੀ ਸਾਥ ਦੇ ਰਿਹਾ। ਪਹਿਲਾ ਸਟੈਪ ਵਿਸ਼ਵਾਸ ਕਰੋ, ਸਿਮਰਨ ਕਰੋ, ਫਿਰ ਪਰਮਾਤਮਾ ਨੂੰ ਪ੍ਰਾਰਥਨਾ ਕਰੋ। ਔਰ ਚੌਥੇ ਸਟੈਪ ਵਿੱਚ ਆਪਣੀ ਇੱਛਾ ਨੂੰ, ਜੋ ਤੁਸੀਂ ਅਰਦਾਸ ਕੀਤੀ ਹੈ, ਉਸ ਨੂੰ ਵਸੂਲ ਕਰੋ। ਚੱਲਣਾ ਪਏਗਾ, ਪ੍ਰਾਰਥਨਾ ਕਰਨੀ ਪਏਗੀ। ਜਿਤਨੀ ਤੁਸੀਂ ਚਿੰਤਾ ਕਰਦੇ ਨੇ ਨਾ, ਉਤਨੀ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓ ਧਿਆਨ ਵਿੱਚ ਬੈਠ ਕੇ। ਫਿਰ ਦੇਖੋ ਕਿ ਕਿਸ ਤਰ੍ਹਾਂ ਸਾਰੇ ਰਿਜ਼ਲਟ ਤੁਹਾਡੇ ਹੱਕ ਵਿੱਚ ਆ ਰਹੇ ਨੇ। ਪ੍ਰੈਕਟੀਕਲ ਹੋਣਾ ਪਏਗਾ, ਪ੍ਰੈਕਟੀਕਲ ਹੋ ਜਾਓ ਧਿਆਨ ਵਾਸਤੇ, ਸਾਧਨਾ ਵਾਸਤੇ। ਫਿਰ ਜੀਵਨ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਏਗਾ। ਔਰ ਅਭਿਮਾਨ ਨਹੀਂ ਕਰਨਾ ਕਿਸੇ ਵੀ ਗੱਲ ਦਾ। ਤੁਹਾਡੀ ਪ੍ਰਾਰਥਨਾ ਕਬੂਲ ਹੋਣੀ ਸ਼ੁਰੂ ਹੋ ਜਾਏ। ਪਰਮਾਤਮਾ ਤੁਸੀਂ ਮੁੱਲ ਨਹੀਂ ਖਰੀਦ ਲਿਆ, ਪਰਮਾਤਮਾ ਦਾ ਤੁਸੀਂ ਕੁਛ ਤੁਸੀਂ ਉਹਨੂੰ ਭੇਟ ਨਹੀਂ ਕੀਤਾ ਕਿ ਪਰਮਾਤਮਾ ਤੁਹਾਨੂੰ ਮਿਲ ਗਿਆ, ਜਾਂ ਕੋਈ ਉਹਦੇ ਨਾਲ ਐਗਰੀਮੈਂਟ ਨਹੀਂ ਹੋ ਗਿਆ। ਗੱਲ ਸਿਰਫ ਵਿਸ਼ਵਾਸ ਦਾ, ਪ੍ਰੇਮ ਦਾ। ਜਦੋਂ ਅਸੀਂ ਕਿਸੇ ਦੇ ਨਾਲ ਦੋਸਤੀ ਕਰਦੇ ਹਾਂ, ਕਿਸੇ ਦੇ ਨਾਲ ਪ੍ਰੇਮ ਕਰਦੇ ਹਾਂ, ਔਰ ਜਦੋਂ ਕਿਸੇ ਨਾਲ ਪ੍ਰੇਮ ਹੁੰਦਾ ਹੈ, ਪਿਆਰ ਪੈਂਦਾ ਹੈ, ਦੋਸਤੀ ਹੁੰਦੀ ਹੈ, ਕੋਈ ਰਿਸ਼ਤੇਦਾਰ, ਭੈਣ ਭਰਾ, ਕਿਸੇ ਦਾ ਵੀ ਆਪਾਂ ਪਿਆਰ ਕਰਦੇ ਹਾਂ। ਔਰ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਉਹਦੇ ਬਹਾਵ ਵਿੱਚ ਆ ਕੇ ਪ੍ਰੇਮ ਦੇ ਅਸੀਂ ਉਹਦਾ ਕੰਮ ਕਰ ਰਹੇ ਹਾਂ। ਉਹ ਇੱਕ ਪ੍ਰੇਮ ਹੈ, ਉਹਦੇ ਵਿੱਚ ਨਾ ਕੋਈ ਨੀਵਾਂ, ਨਾ ਕੋਈ ਉੱਚਾ, ਨਾ ਕੋਈ ਮਾੜਾ, ਨਾ ਕੋਈ ਚੰਗਾ। ਉਹ ਸਿਰਫ ਇੱਕ ਪ੍ਰੇਮ ਹੈ। ਕੋਈ ਮੁੱਲ ਨਹੀਂ ਹੁੰਦਾ ਉਸ ਚੀਜ਼ ਦਾ ਕਿ ਅਸੀਂ ਉਹਦੀ ਕੋਈ ਕੀਮਤ ਲੈ ਰਹੇ ਹਾਂ। ਸਿਰਫ ਇੱਕ ਪ੍ਰੇਮ ਹੈ ਕਿ ਅਸੀਂ ਉਹਦਾ ਕੰਮ ਕਰ ਰਹੇ ਹਾਂ ਸਾਰਾ। ਸਾਡੇ ਮਨ ਵਿੱਚ ਇੱਕ ਚਾਹ ਹੈ ਕਿ ਇਸ ਇਨਸਾਨ ਦੇ ਨਾਲ, ਇਸ ਰਿਸ਼ਤੇਦਾਰ ਦੇ ਨਾਲ, ਇਸ ਭਰਾ ਦੇ ਨਾਲ, ਇਸ ਦੋਸਤ ਦੇ ਨਾਲ ਮੇਰਾ ਪ੍ਰੇਮ ਹੈ। ਔਰ ਅਸੀਂ ਬਿਨਾਂ ਸ਼ਰਤ ਔਰ ਬਿਨਾਂ ਕੁਝ ਸੋਚੇ ਸਮਝੇ ਨਫਾ ਨੁਕਸਾਨ ਅਸੀਂ ਉਸ ਦਾ ਕੰਮ ਕਰਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਦੇ ਨਾਲ ਪ੍ਰੇਮ ਕਰ ਲੈਂਦੇ ਹਾਂ, ਔਰ ਪਰਮਾਤਮਾ ਬਿਨਾਂ ਕਿਸੇ ਸ਼ਰਤ ਦੇ ਉਹ ਸਾਡੇ ਸਾਰੇ ਕੰਮ ਕਰੀ ਜਾ ਰਿਹਾ। ਪਰ ਇਸ ਗੱਲ ਦਾ ਗੁਮਾਨ ਨਹੀਂ ਕਰਨਾ। ਜਦੋਂ ਅਹੰਕਾਰ ਆ ਜਾਏਗਾ, ਫਿਰ ਪਰਮਾਤਮਾ ਨਹੀਂ ਰਹੇਗਾ, ਕਿਉਂਕਿ ਉਹ ਸਿਰਫ ਪ੍ਰੇਮ ਦੇ ਨਾਲ ਆਇਆ, ਕਿਸੇ ਕੀਮਤ ਦੇ ਨਾਲ ਨਹੀਂ ਆਇਆ ਕਿ ਅਸੀਂ ਉਸ ਗੱਲ ਦਾ ਅਹੰਕਾਰ ਕਰਨਾ ਸ਼ੁਰੂ ਕਰ ਦਈਏ। ਕਈ ਵਾਰ ਕੁਛ ਦਿਨ ਲੋਕ ਸਾਧਨਾ ਕਰਦੇ ਨੇ, ਔਰ ਕੁਛ ਅਰਦਾਸਾਂ ਕਬੂਲ ਹੋਣੀਆਂ ਸ਼ੁਰੂ ਹੋ ਜਾਂਦੀਆਂ, ਕੁਛ ਦੁਆਵਾਂ ਕਬੂਲ ਹੋਣੀਆਂ ਸ਼ੁਰੂ ਹੋ ਜਾਂਦੀਆਂ। ਉਹ ਕਹਿੰਦੇ ਜਿਸ ਤਰ੍ਹਾਂ ਮੈਂ ਕਹਿੰਦਾ ਉਸ ਤਰ੍ਹਾਂ ਹੋ ਰਿਹਾ। ਇਸ ਤਰ੍ਹਾਂ ਨਹੀਂ ਹੁੰਦਾ। ਜੋ ਪਰਮਾਤਮਾ ਕਰਦਾ ਉਹੀ ਹੋ ਰਿਹਾ। ਉਹ ਸਿਰਫ ਇੱਕ ਪ੍ਰੇਮ ਸੀ। ਜਦ ਤੱਕ ਪ੍ਰੇਮ ਹੁੰਦਾ ਸਾਰੇ ਕੰਮ ਹੋ ਰਹੇ ਹੁੰਦੇ ਨੇ। ਜਦ ਤੱਕ ਤੁਸੀਂ ਨੀਵੇਂ ਹੋ ਕੇ
ਝੁੱਕ ਕੇ ਸਾਰੇ ਕੰਮ ਕਰੋਗੇ, ਪ੍ਰਮਾਤਮਾ ਤੁਹਾਡੀਆਂ ਅਰਦਾਸਾਂ ਕਬੂਲ ਕਰ ਹੀ ਜਾਏਗਾ। ਤੇ ਅਗਰ ਤੁਸੀਂ ਸੋਚ ਲਓ ਕਿ ਪ੍ਰਮਾਤਮਾ ਸਾਡਾ ਗੁਲਾਮ ਹੋ ਗਿਆ ਜਾਂ ਅਸੀਂ ਉਹਦਾ ਕੋਈ ਮੁੱਲ ਪਾਤਾ, ਉਹਨੂੰ ਸੇਵਕ ਬਣਾ ਲਿਆ, ਤੇ ਇਸ ਤਰ੍ਹਾਂ ਨਹੀਂ ਹੋਏਗਾ। ਝੁੱਕ ਕੇ ਰਵੋ, ਪ੍ਰੇਮ ਦੇ ਨਾਲ ਰਵੋ। ਜਿਸ ਤਰ੍ਹਾਂ ਤੁਸੀਂ ਆਪਣੇ ਦੋਸਤ ਦੇ, ਪ੍ਰੇਮੀਆਂ ਦੇ ਸਾਰੇ ਕੰਮ ਕਰਦੇ ਜੇ, ਇਸ ਤਰ੍ਹਾਂ ਹੀ ਪ੍ਰਮਾਤਮਾ ਸਾਡਾ ਦੋਸਤ ਵੀ ਹੈ, ਪ੍ਰੇਮੀ ਵੀ ਹੈ, ਮਾਲਿਕ ਵੀ ਹੈ, ਸੇਵਕ ਵੀ ਹੈ। ਸਾਰੇ ਕਰੈਕਟਰ, ਸਾਰੇ ਰੂਪ ਉਹ ਖੁਦ ਆਪ ਹੀ ਹੈ। ਉਹ ਸਾਰੇ ਕੰਮ ਕਰਦਾ ਬਿਨਾਂ ਸ਼ਰਤ ਤੋਂ, ਬਿਨਾਂ ਦਿਖਾਵੇ ਤੋਂ, ਬਿਨਾਂ ਨੰਬਰ ਬਣਾਉਣ ਤੋਂ। ਉਹ ਸਾਰੇ ਕੰਮ ਕਰਦਾ। ਕੇਵਲ ਆਪਣੇ ਤਨ ਦਾ, ਆਪਣੇ ਮਨ ਦਾ ਸ਼ਿੰਗਾਰ ਕਰਨਾ ਸ਼ੁਰੂ ਕਰੋ। ਤਨ ਦਾ ਸ਼ਿੰਗਾਰ ਹੋ ਜਾਂਦਾ ਦੁਨੀਆ ਨੂੰ ਲੁਭਾਉਣ ਵਾਸਤੇ, ਔਰ ਮਨ ਦਾ ਸ਼ਿੰਗਾਰ ਹੈ ਪਰਮਾਤਮਾ ਨੂੰ ਲੁਭਾਉਣ ਵਾਸਤੇ, ਆਪਣੇ ਮਾਲਿਕ ਪਤੀ ਨੂੰ ਲੁਭਾਉਣ ਵਾਸਤੇ। ਸੋ ਪਰਮਾਤਮਾ ਦੇ ਜਿਹੜੇ ਗਹਿਣੇ ਨੇ ਉਹ ਹੈਗਾ ਪ੍ਰੇਮ, ਨਿਮਰਤਾ, ਨਿਰਵੈਰਤਾ, ਔਰ ਜਿਹੜੇ 5 ਵਿਕਾਰ ਨੇ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ, ਇਹਨਾਂ ਨੂੰ ਤਿਆਗਣਾ। ਈਰਸ਼ਾ ਨੂੰ ਤਿਆਗਣਾ, ਕ੍ਰੋਧ ਨੂੰ ਤਿਆਗਣਾ, ਜੈਲਸੀ ਨੂੰ ਤਿਆਗਣਾ। ਕਿਸੇ ਵੀ ਦੁਨੀਆ ਦੇ ਹਰ ਝੰਜਟ ਨੂੰ ਤਿਆਗ ਦਿਓ। ਜੋ ਹੁੰਦਾ ਹੋਣ ਦਿਓ। ਜੋ ਕੁਛ ਹੋ ਰਿਹਾ ਦੇ ਹੁਕਮ ਦੇ ਹੋ ਰਿਹਾ, ਗਲਤ ਹੋ ਰਿਹਾ, ਸਹੀ ਹੋ ਰਿਹਾ, ਤੁਸੀਂ ਆਪਣਾ ਅਨੁਮਾਨ ਦੀ ਲਗਾਉਣ ਦੀ ਕੋਸ਼ਿਸ਼ ਨਾ ਕਰੋ। ਜੋ ਹੋ ਰਿਹਾ ਸਭ ਪਰਮੇਸ਼ਵਰ ਦੇ ਹੁਕਮ ਦੇ ਨਾਲ ਹੋ ਰਿਹਾ। ਸੋ ਹਰ ਝੰਜਟ ਨੂੰ ਤਿਆਗ ਕੇ ਇੱਕੋ ਹੀ ਮਨ ਵਿੱਚ ਟੈਨਸ਼ਨ ਰੱਖੋ ਕਿ ਮੈਂ ਸੱਜਣਾ, ਸਵਰਨਾ, ਸ਼ਿੰਗਾਰ ਕਰਨਾ ਪ੍ਰਭੂ ਪਤੀ ਦੇ ਵਾਸਤੇ। ਔਰ ਉਹਦਾ ਸ਼ਿੰਗਾਰ ਸੱਚ ਹੈ। ਝੂਠ ਨੂੰ ਤਿਆਗੋ, ਸੱਚ ਨੂੰ ਅਪਣਾਓ, ਔਰ ਪਰਮੇਸ਼ਵਰ ਦੇ ਸ਼੍ਰੀ ਚਰਨਾਂ ਵਿੱਚ ਹਮੇਸ਼ਾ ਹਮੇਸ਼ਾ ਵਾਸਤੇ ਜੁੜ ਜਾਓ।